हेलो एवरीवन वेलकम टू विक्टर्स नॉलेज दिस इज शीनू शर्मा सो ਅੱਜ ਆਪਾਂ ਨੂੰ ਪਤਾ ਹੈ ਕਿ ਐਕਸਾਈਜ਼ ਤੇ ਜਿਹੜਾ ਕਲਰਕ ਦਾ ਪੇਪਰ ਹੈ ਉਹਦਾ PSSB ਨੇ ਸਿਲੇਬਸ ਰਿਲੀਜ਼ ਕੀਤਾ ਹੈ ਸੋ ਹੁਣ ਅੱਜ ਦੇ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਕਿ ਇਸ ਪੇਪਰ ਦੀ ਆਪਾਂ ਨੇ ਸੈਲਫ ਸਟੱਡੀ ਦੇ ਨਾਲ ਕਿਵੇਂ ਤਿਆਰੀ ਕਰਨੀ ਹੈ ਜੇ ਕੋਈ ਸਟੂਡੈਂਟ ਸੈਲਫ ਸਟੱਡੀ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਕਿਹੜੇ-ਕਿਹੜੇ ਸੋਰਸਸ ਰੈਲੇਵੈਂਟ ਹੋਣਗੇ ਬਾਕੀ ਜਿਹੜਾ ਮੈਂ ਖੁਦ ਦਾ ਇੱਕ ਇੰਪੋਰਟੈਂਟ ਡੀਟੇਲਡ ਕੰਪਲੀਟ ਕੋਰਸ ਲਾਂਚ ਕੀਤਾ ਹੋਇਆ ਹੈ ਵਿਦ ਮੌਕ ਟੈਸਟ ਉਹਦੇ ਬਾਰੇ ਤੁਹਾਡੇ ਨਾਲ ਡੀਟੇਲ ਡਿਸਕਸ ਕਰੂੰਗੀ ਕਿ ਉਸ ਕੋਰਸ ਦੇ ਵਿੱਚ ਕਿੰਨੇ ਮਾਰਕਸ ਦਾ ਤੁਹਾਡਾ ਸਿਲੇਬਸ ਕਵਰ ਹੋਊਗਾ So now let's get started with today's important session on strategy for PSSB Excise and Taxation plus Clerk exam. PSSB ਨੇ ਜਿਹੜਾ ਸਿਲੇਬਸ ਰਿਲੀਜ਼ ਕੀਤਾ ਹੈ ਉਹਦੇ ਵਿੱਚ ਐਕਸਾਈਜ਼ ਤੇ ਕਲਰਕ ਦਾ ਸਿਲੇਬਸ ਹੈ ਜਿਹੜਾ ਉਹ ਐਗਜ਼ੈਕਟਲੀ ਬਿਲਕੁਲ ਵਰਡ ਟੂ ਵਰਡ ਸੇਮ ਹੈ ਪਰ ਆਪਾਂ ਨੂੰ ਪਤਾ ਹੈ ਕਿ ਦੋਨੋਂ ਐਗਜ਼ਾਮ ਦਾ ਲੈਵਲ ਥੋੜਾ ਜਿਹਾ ਡਿਫਰੈਂਟ ਰਹਿਣ ਵਾਲਾ ਬਟ ਫਿਰ ਵੀ ਜਦੋਂ ਆਪਾਂ ਨੂੰ ਸਿਲੇਬਸ ਸੇਮ ਦਿੱਤਾ ਤਾਂ ਆਪਾਂ ਨੇ ਚਾਹੇ ਕਲਰਕ ਦਾ ਪੇਪਰ ਹੈ ਚਾਹੇ ਐਕਸਾਈਜ਼ ਦਾ ਆਪਣੀ ਤਿਆਰੀ ਦਾ ਜਿਹੜਾ ਲੈਵਲ ਹੈ ਉਹਨੂੰ ਪੂਰਾ ਅਪ ਟੂ ਦੀ ਮਾਰਕ ਰੱਖਣਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਆ ਕਿ ਐਗਜ਼ਾਮ ਕਿੰਨੇ ਨੰਬਰਾਂ ਦਾ ਰਹਿਣ ਵਾਲਾ ਹੈ ਸੋ 120 ਕੁਐਸਚਨ ਹੋਣਗੇ ਤੇ 120 ਨੰਬਰਾਂ ਦਾ ਹੀ ਟੋਟਲ ਪੇਪਰ ਹੋਊਗਾ ਇੱਕ ਨੰਬਰ ਦਾ ਇੱਕ ਕੁਐਸਚਨ ਹੋਊਗਾ ਤੇ ਇਹਦੇ ਵਿੱਚ 네ਗੇਟਿਵ ਮਾਰਕਿੰਗ ਵੀ ਹੈ ਇਹ ਇੰਪੋਰਟੈਂਟ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ ਸੋ 네ਗੇਟਿਵ ਮਾਰਕਿੰਗ ਦੇ ਵਿੱਚ ਕੀ ਹੁੰਦਾ ਜੇ ਤੁਹਾਡਾ ਕੋਈ ਵੀ ਆਪਾਂ ਨੂੰ ਪਤਾ ਹੈ ਕਿ ਟੋਟਲ 5-6 ਪਾਰਟਸ ਦੇ ਵਿੱਚ ਸਿਲੇਬਸ ਨੂੰ ਡਿਵਾਈਡ ਕੀਤਾ ਹੋਇਆ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਵੀ ਇਹੋ ਜਿਹਾ ਪਾਰਟ ਹੈ ਜਿਹੜਾ ਬਹੁਤ ਵੀਕ ਹੈ ਤਾਂ ਤੁਸੀਂ ਉਹਨੂੰ ਥੋੜਾ ਘੱਟ ਤਿਆਰ ਕਰ ਸਕਦੇ ਹੋ ਜਿਹੜਾ ਤੁਹਾਡਾ ਜ਼ਿਆਦਾ ਇੰਪੋਰਟੈਂਟ ਸਟਰੋਂਗ ਸਬਜੈਕਟ ਹੈ ਜਿਹੜੇ ਪਾਰਟ ਦੇ ਵਿੱਚ ਤੁਸੀਂ ਕੌਨਫੀਡੈਂਟ ਫੀਲ ਕਰਦੇ ਹੋ ਹੁਣ ਤੁਸੀਂ ਉਹਦੇ ਉੱਤੇ ਜ਼ਿਆਦਾ ਫੋਕਸ ਦਿਓ ਕਿਉਂਕਿ 네ਗੇਟਿਵ ਮਾਰਕਿੰਗ ਦੇ ਵਿੱਚ ਆਪਾਂ ਗੈਸ ਵਰਕ ਕਦੇ ਵੀ ਨਹੀਂ ਕਰ ਸਕਦੇ ਸੋ ਇਹ ਹੈ ਸਿਲੇਬਸ ਜੀਕੇ ਚੋਂ ਕੁਐਸਚਨ ਆ ਰਹੇ ਨੇ ਕਰੰਟ ਅਫੇਅਰ ਇੰਪੋਰਟੈਂਟ ਰਹਿਣ ਵਾਲਾ ਕਿਉਂਕਿ ਸਿਲੇਬਸ ਦੇ ਵਿੱਚ ਅਲੱਗ ਤੋਂ ਮੈਂਸ਼ਨਡ ਹੈ ਜਦੋਂ ਤੁਸੀਂ PPSC ਦਾ ਸਿਲੇਬਸ ਦੇਖਦੇ ਹੁੰਦੇ ਹੋ ਉੱਥੇ ਵੀ ਹਮੇਸ਼ਾ ਜਦੋਂ ਸਿਲੇਬਸ ਨੂੰ ਡਿਵਾਈਡ ਕੀਤਾ ਹੁੰਦਾ ਤਾਂ ਕਰੰਟ ਅਫੇਅਰ ਅਲੱਗ ਤੋਂ ਮੈਂਸ਼ਨਡ ਹੁੰਦਾ ਸੋ ਇਸ ਵਾਰੀ ਆਪਾਂ PSSB ਵਿੱਚ ਵੀ ਦੇਖ ਰਹੇ ਹਾਂ ਕਿ ਇਹਨਾਂ ਨੇ ਆਲਮੋਸਟ PPSC ਤੋਂ ਹੀ ਜਿਹੜਾ ਸਿਲੇਬਸ ਹੈ ਉਹਨੂੰ ਲਿਆ ਕੇ ਐਜ਼ ਇਟ ਇਜ਼ ਕਾਪੀ ਪੇਸਟ ਕੀਤਾ ਹੋਇਆ ਸਪੈਸ਼ਲੀ GS ਦਾ ਸੋ ਕਰੰਟ ਅਫੇਅਰਸ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਚਾਹੇ ਐਕਸਾਈਜ਼ ਦਾ ਪੇਪਰ ਹੈ ਜਾਂ ਫਿਰ ਕਲਰਕ ਦਾ ਹੈ ਅੱਗੇ ਹੈ ਲੈਂਗੁਏਜ ਇੰਗਲਿਸ਼ ਪੰਜਾਬੀ ਲੌਜੀਕਲ ਤੇ ਮੈਂਟਲ ਐਬਿਲਿਟੀ ਕੰਪਿਊਟਰ ਪੰਜਾਬ ਹਿਸਟਰੀ ਐਂਡ ਕਲਚਰ ਸੋ MCQs ਦੀ ਫਾਰਮ ਦੇ ਕੁਐਸਚਨ ਹੋਣਗੇ 4-4 ਆਪਸ਼ਨਾਂ ਹੋਣਗੀਆਂ ਹੁਣ ਜੇ ਤੁਸੀਂ ਸਿਲੇਬਸ ਦੇਖੋਗੇ ਲਾਸਟ ਦੋ ਟੌਪਿਕ ਨੂੰ ਛੱਡ ਕੇ ਜਿਹੜੇ ਸਟਾਰਟਿੰਗ ਵਾਲੇ ਨੇ ਐਗਜ਼ੈਕਟਲੀ ਸੇਮ ਜਿਵੇਂ PPSC ਦਾ ਕੋਆਪਰੇਟਿਵ ਦਾ ਸੀਨੀਅਰ ਅਸਿਸਟੈਂਟ ਦਾ ਜਾਂ ਫਿਰ ਨਾਇਬ ਤਹਿਸੀਲਦਾਰ ਦਾ ਜਿਹੜਾ ਪੇਪਰ ਹੋਇਆ ਸੀ ਉਹਦਾ ਸਿਲੇਬਸ ਸੀ ਐਗਜ਼ੈਕਟਲੀ ਵਰਡਿੰਗ ਵੀ ਉਹੀ ਹੈ ਸੋ ਉਰੇ ਹੁਣ ਤੁਸੀਂ ਦੇਖੋ ਜਨਰਲ ਨੌਲੇਜ ਐਂਡ ਕਰੰਟ ਅਫੇਅਰ ਆਫ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ ਇਹ ਸਾਰੇ ਟੌਪਿਕ ਨੇ ਹੁਣ ਉਰੇ ਕਰੰਟ ਅਫੇਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਜਿਹੜਾ 30 ਨੰਬਰ ਦਾ ਇਹ ਪੋਰਸ਼ਨ ਆਉਣਾ ਇਹਦੇ ਵਿੱਚ ਤੁਸੀਂ ਜਿਹੜੇ ਬੇਸਿਕ ਕਨਸੈਪਟ ਤਿਆਰ ਕਰਨੇ ਨੇ ਉਹ ਤਾਂ ਤੁਸੀਂ ਜਿਵੇਂ ਆਪਾਂ ਬਾਕੀ ਸਾਰੇ ਪੇਪਰਾਂ ਲਈ ਕਰਦੇ ਆ ਸਿੰਪਲ ਪੋਲਿਟੀ ਹੋ ਗਈ ਦੈਨ ਉਸ ਤੋਂ ਬਾਅਦ এনवायरमेंट ਹੋ ਗਿਆ ਸਾਇੰਸ ਦੇ ਬੇਸਿਕ ਫਿਜ਼ਿਕਸ ਕੈਮਿਸਟਰੀ ਬਾਇਓ ਦੇ 10th ਲੈਵਲ ਤੱਕ ਦੇ ਕਨਸੈਪਟ ਇਕਨੋਮਿਕਸ ਹੋ ਗਈ ਹੁਣ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਤੇ ਕਲਰਕ ਦੀ ਇਕਨੋਮਿਕ ਦੇ ਵਿੱਚ ਇੱਕ ਫਰਕ ਰਹੂਗਾ ਉਰੇ ਐਕਸਾਈਜ਼ ਦੇ ਵਿੱਚ ਇਕਨੋਮਿਕਸ ਦੇ ਉੱਤੇ ਤੁਸੀਂ ਮੇਨ ਫੋਕਸ ਦੇਣਾ ਤੇ ਟੈਕਸੇਸ਼ਨ ਪਾਰਟ ਕਾਫੀ ਸਾਰੇ ਸਟੂਡੈਂਟ ਦੀ ਇਹ ਡਾਊਟ ਹੈ ਕਨਫਿਊਜ਼ਨ ਹੈ ਕਿ ਇਹਨਾਂ ਨੇ ਟੈਕਸੇਸ਼ਨ ਸਿਲੇਬਸ ਦੇ ਵਿੱਚ ਨਹੀਂ ਇਨਕਲੂਡ ਕੀਤਾ ਪਰ ਕੁਝ ਟੌਪਿਕ ਨੇ ਜੋ ਮੈਂ ਤੁਹਾਨੂੰ ਸਪੈਸੀਫਿਕਲੀ ਦੱਸਣ ਜਾ ਰਹੀ ਹਾਂ ਜਿਹੜੇ ਟੈਕਸੇਸ਼ਨ ਦੇ ਵਿੱਚ ਮੈਂਸ਼ਨ ਸੀ ਤੇ ਉਹ ਤੁਸੀਂ ਐਕਸਾਈਜ਼ ਦੇ ਲਈ ਡੈਫੀਨੇਟਲੀ ਤਿਆਰ ਕਰਕੇ ਜਾਣੇ ਨੇ ਕਿਉਂਕਿ ਉਹ ਇਨਡਾਇਰੈਕਟਲੀ ਇਕਨੋਮਿਕ ਦੇ ਅੰਦਰ ਹੀ ਆਉਂਦੇ ਨੇ ਸੋ ਇੱਕ ਤਾਂ ਹੋ ਗਿਆ GST ਨੀਤੀ ਆਯੋਗ यूनियन बजट यूनियन सर्वे इकोनॉमिक सर्वे ते पंजाब बजट ਜਿਹੜੇ ਇਹ ਸਾਰੇ ਟੌਪਿਕ ਨੇ 5-6 ਇਹ ਟੈਕਸੇਸ਼ਨ ਦੇ ਟੌਪਿਕ ਸੀ ਪਰ ਇਹਨਾਂ ਨੂੰ ਤੁਸੀਂ ਇਕਨੋਮਿਕਸ ਦੇ ਅੰਦਰ ਜ਼ਰੂਰ ਤਿਆਰ ਕਰਕੇ ਜਾਣਾ ਹਿਸਟਰੀ ਆਫ ਪੰਜਾਬ 14th ਸੈਂਚੁਰੀ ਔਨਵਰਡ ਹਿਸਟਰੀ ਆਫ ਇੰਡੀਆ ਇਹਦੇ ਵਿੱਚ ਮੇਨਲੀ ਆਪਾਂ ਨੇ ਮਾਡਰਨ ਇੰਡੀਆ ਕਰਕੇ ਜਾਣੀ ਹੈ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਇਹਦੇ ਉੱਤੇ ਤੁਹਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਪਰ ਮੇਨ ਤੁਸੀਂ ਇਹ ਟੌਪਿਕਸ ਨੂੰ ਵੀ ਕਰੰਟ ਬੇਸਡ ਹੀ ਕਰਕੇ ਜਾਣਾ
ਇੰਪੋਰਟੈਂਟ ਸਪੋਰਟਸ ਨਾਲ ਰਿਲੇਟਡ ਕਰੰਟ ਅਫੇਅਰ ਉਹਨਾਂ ਤੇ ਜ਼ਿਆਦਾ ਧਿਆਨ ਦਿਓ। ਸਿਨੇਮਾ ਲਿਟਰੇਚਰ ਹੋ ਗਿਆ, ਸਿਨੇਮਾ ਦੇ ਰਿਲੇਟਡ ਕਾਫੀ ਟਾਈਮ ਟੂ ਟਾਈਮ ਅਵਾਰਡਸ ਆਉਂਦੇ ਨੇ, ਇੰਟਰਨੈਸ਼ਨਲ ਨੈਸ਼ਨਲ ਬੁੱਕਸ ਐਂਡ ਆਥਰ ਹੋ ਗਏ, ਇਹ ਸਾਰੀਆਂ ਕਰੰਟ ਦੇ ਵਿੱਚੋਂ ਤੁਸੀਂ ਚੀਜ਼ਾਂ ਤਿਆਰ ਕਰਨੀਆਂ ਨੇ। ਬਾਕੀ ਜਿਹੜੇ ਉੱਪਰ ਵਾਲੇ ਟੌਪਿਕਸ ਨੇ ਇਹਦੇ ਵਿੱਚੋਂ ਸਿੰਪਲ ਪੋਲਿਟੀ, ਇਨਵਾਇਰਨਮੈਂਟ ਵਿੱਚ ਮੇਨ ਕਰੰਟ ਬੇਸਡ ਕਨਸੈਪਟ ਕਰਨੇ ਨੇ। ਮੈਂ ਟੈਲੀਗ੍ਰਾਮ ਵਿੱਚ ਆਲਰੇਡੀ ਕੁਝ ਟੌਪਿਕਸ ਪਾਏ ਸੀ ਜਿਹੜੇ ਆਪਾਂ ਪੀਪੀਐਸਸੀ ਲਈ ਜਦੋਂ ਇਨਵਾਇਰਨਮੈਂਟ ਤਿਆਰ ਕਰਦੇ ਆ ਉਦੋਂ ਦੇਖਦੇ ਆ, ਪਰ ਹੁਣ ਇਹਨਾਂ ਨੇ ਉਰੇ ਇਨਵਾਇਰਨਮੈਂਟ ਇਸ਼ੂ ਸੇਮ ਪੀਪੀਐਸਸੀ ਦੀ ਤਰ੍ਹਾਂ ਟੌਪਿਕ ਪਾਤਾ, ਤਾਂ ਉਰੇ ਵੀ ਆਪਾਂ ਉਹੀ ਸਾਰੇ ਟੌਪਿਕ ਚੰਗੀ ਤਰ੍ਹਾਂ ਤਿਆਰ ਕਰਨੇ ਨੇ। ਕਰੰਟ ਅਫੇਅਰਸ ਡੀਟੇਲ ਤੇ ਐਮਸੀਕਿਊ ਘੱਟੋ ਘੱਟ ਜਨਵਰੀ 2022 ਤੋਂ ਦੋਨੋਂ ਕਰਨੇ ਨੇ। ਸਿਰਫ ਐਮਸੀਕਿਊ ਕਰਕੇ ਤੁਹਾਡਾ ਪੇਪਰ ਕਲੀਅਰ ਨਹੀਂ ਹੋਣਾ, ਤੁਸੀਂ ਡੀਟੇਲਡ ਕਰੰਟ ਅਫੇਅਰ ਜ਼ਰੂਰ ਕਰਨੇ ਨੇ, ਕਿਉਂਕਿ ਜਦੋਂ ਇਹ ਪੈਟਰਨ ਥੋੜਾ ਚੇਂਜ ਕਰਤਾ ਪੇਪਰ ਦਾ ਤਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਹੋ ਸਕਦਾ ਹੈ ਉੱਥੇ ਤੁਹਾਨੂੰ ਕੁਝ ਕਰੰਟ ਅਫੇਅਰ ਸਟੇਟਮੈਂਟ ਬੇਸਡ ਵੀ ਆ ਜਾਣ। ਸੋ ਇਸੇ ਲਈ ਆਪਾਂ ਨੇ ਕੋਈ ਰਿਸਕ ਨਹੀਂ ਲੈਣਾ, ਆਪਣੀ ਤਿਆਰੀ ਨੂੰ ਪੂਰੀ ਸਟਰੋਂਗ ਤਰੀਕੇ ਨਾਲ ਕਰਨਾ। ਕਰੰਟ ਅਫੇਅਰ ਉੱਤੇ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਫੋਕਸ ਦੇਣਾ ਹੈ। ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ ਕਰੰਟ ਬੇਸਡ ਕਨਸੈਪਟ ਕਰ ਲਓ, ਡਿਫੈਂਸ ਦੇ ਨਾਲ ਰਿਲੇਟਡ ਕਰ ਲਓ, ਇੰਪੋਰਟੈਂਟ ਜਿਵੇਂ ਮਿਲਟਰੀ ਐਕਸਪੀਡੀਸ਼ਨ ਹੁੰਦੀਆਂ ਨੇ, ਐਕਸਰਸਾਈਜ਼ਸ, ਉਹ ਸਾਰੇ ਕਰੰਟ ਅਫੇਅਰ ਚੋਂ ਕਰੋ। ਜੇ ਤੁਸੀਂ ਡੀਟੇਲਡ ਕਰੰਟ ਅਫੇਅਰ ਕਰ ਲਏ ਤਾਂ ਤੁਹਾਡੇ ਜਿਵੇਂ ਇਨਵਾਇਰਨਮੈਂਟ ਇਸ਼ੂ ਦਾ ਟੌਪਿਕ ਹੋ ਗਿਆ ਜਾਂ ਸਾਇੰਸ ਐਂਡ ਟੈਕਨੋਲੋਜੀ ਦਾ ਡਿਫੈਂਸ ਵਾਲਾ ਪਾਰਟ ਹੋ ਗਿਆ, ਇਹ ਸਪੋਰਟ ਸਿਨੇਮਾ, ਇਹ ਟੌਪਿਕ ਇੱਕ ਕਰੰਟ ਅਫੇਅਰ ਦੇ ਵਿੱਚੋਂ ਹੀ ਕਵਰ ਹੋ ਜਾਣੇ ਨੇ। ਉਸ ਤੋਂ ਬਾਅਦ ਇਕਨੋਮਿਕਸ ਆਲਰੇਡੀ ਮੈਂ ਦੱਸ ਚੁੱਕੀ ਹਾਂ, ਐਕਸਾਈਜ਼ ਦੇ ਲਈ ਬਹੁਤ ਇੰਪੋਰਟੈਂਟ ਹੈ, ਥਿਊਰੀ ਕਰਨੀ ਹੈ ਡੀਟੇਲਡ, ਲੇਟੈਸਟ ਬਜਟਸ ਕਰਨੇ ਨੇ, ਪੰਜਾਬ ਹਿਸਟਰੀ, ਮਾਡਰਨ ਇੰਡੀਆ ਹਿਸਟਰੀ, ਸਪੋਰਟ ਸਿਨੇਮਾ, ਲਿਟਰੇਚਰ, ਕਰੰਟ ਬੇਸਡ ਮੇਜਰਲੀ। ਫਿਰ ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ। PSSB ਲਈ ਸਭ ਤੋਂ ਬੈਸਟ ਤੇ ਈਜ਼ੀਐਸਟ ਸੋਰਸ ਹੈ ਫੋਲੋ ਕਰਨਾ RS ਅਗਰਵਾਲ, ਬੈਸਟ ਸੋਰਸ ਹੈ। ਤੁਸੀਂ ਇਹਦਾ ਇੱਕ ਇੱਕ ਟੌਪਿਕ ਜੋ ਉਹਦੇ ਟੌਪਿਕ ਮੈਂਸ਼ਨ ਹੈ ਉਹਨੂੰ ਇੱਕ ਇੱਕ ਕਰਕੇ ਤੁਸੀਂ ਪਹਿਲਾਂ ਉਹਦੀ ਸਾਰੀ ਬੇਸਿਕ ਜਿਹੜੀ ਬੁੱਕ ਦੇ ਵਿੱਚ ਥਿਊਰੀ ਦਿੱਤੀ ਹੁੰਦੀ ਹੈ, ਕਨਸੈਪਟ, ਰੂਲਸ ਹੁੰਦੇ ਨੇ, ਉਹ ਦੇਖੋ। ਉਸ ਤੋਂ ਬਾਅਦ 10-15 ਸਟਾਰਟਿੰਗ ਦੇ ਕੁਐਸਚਨ ਅਟੈਂਪਟ ਕਰੋ, ਫਿਰ ਥੋੜੇ ਜਿਹੇ ਸੈਂਟਰ ਵਾਲੇ ਤੇ ਲਾਸਟ ਵਾਲੇ। ਇਹਦੇ ਨਾਲ ਕੀ ਹੈ, ਈਜ਼ੀ, ਮੋਡਰੇਟ, ਟਫ ਤਿੰਨੋਂ ਤਰ੍ਹਾਂ ਦੇ ਤੁਹਾਡੇ ਕੁਐਸਚਨ ਤਿਆਰ ਹੋ ਜਾਣਗੇ। ਜ਼ਰੂਰੀ ਨਹੀਂ ਜਿਵੇਂ ਇੱਕ ਟੌਪਿਕ ਦੇ ਮੰਨ ਲਓ ਬੁੱਕ ਦੇ ਵਿੱਚ 200 ਕੁਐਸਚਨ ਹੈ ਤਾਂ ਤੁਸੀਂ 200 ਦਾ 200 ਹੀ ਅਟੈਂਪਟ ਕਰਨਾ ਹੈ। ਸਟਾਰਟਿੰਗ ਵਾਲੇ 20 ਕਰ ਲਓ, ਉਸ ਤੋਂ ਬਾਅਦ 100 to 120 125 ਕਰ ਲਓ, ਤੇ ਫਿਰ ਲਾਸਟ ਵਾਲੇ ਕਰ ਲਓ 175 ਤੋਂ 200 ਤੱਕ ਦੇ। ਇਸ ਟਾਈਪ ਨਾਲ ਸਮਾਰਟ ਸਟੱਡੀ ਕਰੋ, ਤੁਹਾਡੀ ਤਿਆਰੀ ਪੂਰੀ ਸਹੀ ਰਹੂਗੀ, ਪੂਰੇ ਕੌਨਫੀਡੈਂਟ ਹੋ ਕੇ ਤੁਸੀਂ ਪੇਪਰ ਦੇਣ ਜਾਓਗੇ। ਨੈਕਸਟ ਹੈ ਇੰਗਲਿਸ਼। ਇੰਗਲਿਸ਼ ਤੇ ਪੰਜਾਬੀ ਦੋਨਾਂ ਦੀ ਕੋਈ ਵੀ ਐਜ਼ ਸੱਚ ਕੋਈ ਸਟ੍ਰੈਟਜੀ ਨਹੀਂ ਹੈ। ਤੁਹਾਨੂੰ ਜਦੋਂ ਤੱਕ ਗ੍ਰਾਮਰ ਦੇ ਰੂਲਸ ਨਹੀਂ ਪਤਾ ਤੁਹਾਡੀ ਲੈਂਗੁਏਜ ਨਹੀਂ ਹੋ ਸਕਦੀ। ਪਰ ਉਰੇ ਇੱਕ ਬਹੁਤ ਵਧੀਆ ਬੈਨੀਫਿਟ ਹੈ ਇੰਗਲਿਸ਼ ਪੰਜਾਬੀ, ਜੇ ਤੁਸੀਂ ਇਹਨਾਂ ਦੇ ਰੂਲਸ ਕਰ ਲਏ, ਬੇਸਿਕ ਕਨਸੈਪਟ ਕਰ ਲਏ, ਤਾਂ ਤੁਹਾਡਾ ਇਹ ਪੇਪਰ ਦੇ ਵਿੱਚ ਮੈਰਿਟ ਦੇ ਵਿੱਚ ਆਉਣ ਲਈ ਬਹੁਤ ਜ਼ਿਆਦਾ ਹੈਲਪਫੁਲ ਪਾਰਟ ਰਹੂਗਾ। ਇੰਗਲਿਸ਼ ਪੰਜਾਬੀ ਕਿਉਂਕਿ ਕਰਨਾ ਸੌਖਾ ਹੈ, ਸਪੈਸ਼ਲੀ ਪੰਜਾਬੀ ਹੋਗੀ। ਪਰ ਬੱਚੇ ਕੀ ਕਰਦੇ ਨੇ, ਸਿਰਫ MCQ ਜਾਂ ਪ੍ਰੀਵੀਅਸ ਈਅਰ ਪੇਪਰ ਕਰਕੇ ਚਲੇ ਜਾਂਦੇ ਨੇ, ਉਹ ਸਫੀਸ਼ੀਐਂਟ ਨਹੀਂ ਹੈ। ਤੁਹਾਨੂੰ ਡੀਟੇਲਡ ਰੂਲਸ ਜਦੋਂ ਤੱਕ ਨਹੀਂ ਪਤਾ ਤੁਹਾਡੀ ਸਹੀ ਤਿਆਰੀ ਨਹੀਂ ਹੋ ਸਕਦੀ ਲੈਂਗੁਏਜ ਦੀ। ਸੋ ਇੱਕ ਇੱਕ ਟੌਪਿਕ ਚੱਕੋ, ਇੱਕ ਕੋਈ ਆਨਲਾਈਨ ਸੋਰਸ ਫੋਲੋ ਕਰ ਲਓ, ਜਾਂ ਜਿਵੇਂ ਪੰਜਾਬੀ ਦੇ ਲਈ ਨਰਿੰਦਰ ਦੁੱਗਲ ਦੀ ਬੁੱਕ ਹੈ, ਇੱਕ ਪੰਜਾਬੀ PCS ਐਗਜ਼ਾਮ ਦੇ ਲਈ ਸਿਵਲ ਸਰਵਿਸਿਜ਼ ਦੀ ਗ੍ਰਾਮਰ ਦੀ ਬੁੱਕ ਆਉਂਦੀ ਹੈ, ਤੁਸੀਂ ਉਹ ਫੋਲੋ ਕਰ ਸਕਦੇ ਹੋ। ਉਹਦੇ ਵਿੱਚੋਂ ਇੱਕ ਇੱਕ ਟੌਪਿਕ ਦੇ ਰੂਲਸ ਦੇਖੋ, ਡੀਟੇਲ ਦੇਖੋ, ਫਿਰ ਤੁਹਾਡੀ ਤਿਆਰੀ ਸਹੀ ਤਰੀਕੇ ਨਾਲ ਹੋ ਸਕਦੀ ਹੈ। ਆਲਸੋ ਰੂਲ ਦੇਖਣ ਤੋਂ ਬਾਅਦ ਤੁਸੀਂ ਪ੍ਰੈਕਟਿਸ ਦੇ ਲਈ ਪ੍ਰੀਵੀਅਸ ਈਅਰ ਕੁਐਸਚਨ ਜ਼ਰੂਰ ਫੋਲੋ ਕਰ ਸਕਦੇ ਹੋ, ਪਰ ਸਭ ਤੋਂ ਜ਼ਰੂਰੀ ਹੈ ਡੀਟੇਲਡ ਰੂਲਸ ਤਿਆਰ ਕਰਨੇ ਇੰਗਲਿਸ਼ ਤੇ ਪੰਜਾਬੀ ਦੇ। ਉਸ ਤੋਂ ਬਾਅਦ ਹੈ ਕੰਪਿਊਟਰ। ਕੰਪਿਊਟਰ ਦੇ ਵਿੱਚ ਬਹੁਤ ਹੀ ਥੋੜੇ ਜਿਹੇ ਟੌਪਿਕਸ ਨੇ, ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰ ਲਓ ਤਾਂ ਤੁਹਾਡੇ 10 ਨੰਬਰ ਤਾਂ ਉਰੇ ਪੱਕੇ ਆ ਸਕਦੇ ਨੇ। ਪਹਿਲਾਂ ਤੁਸੀਂ 1 by 1 ਕੋਈ ਵੀ ਇੰਟਰਨੈਟ ਸੋਰਸ ਫੋਲੋ ਕਰ ਸਕਦੇ ਹੋ, ਉਹਦੇ ਵਿੱਚੋਂ ਸਿਰਫ ਜਿਹੜੇ ਇਹ ਟੌਪਿਕਸ ਨੇ ਇਹਨਾਂ ਉੱਤੇ ਹੀ ਫੋਕਸ ਕਰਨਾ ਹੈ, ਕੋਈ ਐਕਸਟਰਾ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਹੈ, ਉਹਦੇ ਨਾਲ ਥੋੜਾ ਟਾਈਮ ਵੇਸਟ ਹੋਊਗਾ, ਕਿਉਂਕਿ ਇਹ ਸਿਰਫ 10 ਮਾਰਕਸ ਦਾ ਹੈ। ਜਿਹੜੇ ਜ਼ਿਆਦਾ ਮਾਰਕਸ ਦੇ ਟੌਪਿਕ ਨੇ ਜਿਵੇਂ ਪੰਜਾਬ ਹਿਸਟਰੀ ਕਲਚਰ ਹੋ ਗਿਆ 20 ਨੰਬਰ ਦਾ, ਫੋਕਸ ਇਹਨਾਂ ਉੱਤੇ ਦਿਓ। ਉਰੇ ਤੁਸੀਂ ਕੀ ਕਰਨਾ, ਕੋਈ ਵੀ ਇੱਕ ਰੈਲੇਵੈਂਟ ਇੰਟਰਨੈਟ ਸੋਰਸ ਫੋਲੋ ਕਰੋ, ਇੱਕ ਇੱਕ ਟੌਪਿਕ ਲਿਖੋ, ਉਹਦੇ ਪ੍ਰੋਪਰ ਪੁਆਇੰਟਰਸ ਦੇ ਵਿੱਚ ਨੋਟਸ ਬਣਾਓ, ਫਿਰ ਤੁਸੀਂ MCQ ਟੌਪਿਕ ਵਾਈਜ਼ ਸੋਲਵ ਕਰਕੇ ਆਪਣੀ ਪ੍ਰੈਕਟਿਸ ਨੂੰ ਕੰਪਲੀਟ ਕਰੋ। ਅਗਲਾ ਹੈ ਪੰਜਾਬ ਹਿਸਟਰੀ ਐਂਡ ਕਲਚਰ। ਇਹਦੇ ਉੱਤੇ ਕੋਈ ਵੀ ਸਿੰਗਲ ਬੁੱਕ ਨਹੀਂ ਹੈ ਜਿਹਦੇ ਵਿੱਚੋਂ ਤੁਹਾਨੂੰ ਪੰਜਾਬ GK ਦੇ ਸਾਰੇ ਟੌਪਿਕ ਮਿਲ ਜਾਣ, ਪਰ ਮੈਂ ਆਪਣੇ ਖੁਦ ਦੇ ਜਿਹੜੇ ਕੰਪਾਈਲ ਕੀਤੇ ਹੋਏ ਨੇ ਸਪੈਸ਼ਲੀ ਐਕਸਾਈਜ਼ ਤੇ ਕਲਰਕ ਦੇ ਲਈ ਨੋਟਸ, ਇਹ ਪੂਰੇ ਸਾਰੇ ਦੇ ਸਾਰੇ ਟੌਪਿਕਸ ਉਹਦੇ ਵਿੱਚ ਮੈਂਸ਼ਨ ਨੇ ਪੰਜਾਬ ਹਿਸਟਰੀ ਐਂਡ ਕਲਚਰ।
ਵਿਦ ਹਿਸਟਰੀ ਆਫ ਪੰਜਾਬ ਜਿਹੜਾ ਸਟਾਰਟਿੰਗ GS ਦੇ ਵਿੱਚ ਟੌਪਿਕ ਹੈ। ਸੋ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉਹ ਨੋਟਸ ਵੀ ਬਾਏ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਕੋਈ ਵੀ ਹੋਰ ਆਨਲਾਈਨ YouTube ਕਿਸੇ ਹੋਰ ਚੈਨਲ ਦਾ ਸੋਰਸ ਫੋਲੋ ਕਰ ਰਹੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। that won't create any problem। ਸੋ ਬਸ ਮੇਨ ਤੁਸੀਂ ਫੋਕਸ ਕੀ ਕਰਨਾ ਹੈ ਕਿ ਆਪਣੀ ਤਿਆਰੀ ਨੂੰ ਟੌਪਿਕ ਵਾਈਜ਼ ਡੈਡੀਕੇਟ ਕਰਨਾ ਹੈ। ਜਿਵੇਂ ਉਰੇ ਫਿਜ਼ੀਕਲ ਫੀਚਰਸ ਹੈ ਪੰਜਾਬ ਦੇ, ਤਾਂ ਇਹਦੇ ਵਿੱਚ ਤੁਸੀਂ ਪੰਜਾਬ ਜੀਓਗ੍ਰਾਫੀ ਕਰੋ, ਕਲਾਈਮੇਟ ਇਨਕਲੂਡ ਕਰੋ, ਥੋੜਾ ਬਹੁਤ ਵਾਈਲਡ ਲਾਈਫ ਸੈਂਚੁਰੀਜ਼ ਜਿਹੜੇ ਸਾਰੇ ਇੱਕ ਕੰਜ਼ਰਵੇਸ਼ਨ ਨਾਲ ਰਿਲੇਟਡ ਚੀਜ਼ਾਂ ਨੇ ਉਹ ਦੇਖੋ, ਕੋਈ ਕਰੰਟ ਬੇਸਡ ਪੰਜਾਬ ਜੀਕੇ ਦਾ ਫੈਕਟ ਹੈ ਉਹਨੂੰ ਨਾਲ ਦੀ ਨਾਲ ਉੱਥੇ ਨੋਟ ਕਰਦੇ ਜਾਓ, ਆਪਣੇ ਪੁਆਇੰਟਰ ਦੇ ਵਿੱਚ ਨੋਟਸ ਬਣਾਓ, ਇਹੀ ਤੁਹਾਡੀ ਸਭ ਤੋਂ ਬੈਸਟ ਤਿਆਰੀ ਰਹੂਗੀ। So since syllabus of excise and clerk is exactly same, so I am providing you a combined course for both exams now। ਤੇ ਇਹਦੇ ਵਿੱਚ ਤੁਹਾਡਾ 90 ਨੰਬਰ ਦਾ ਸਿਲੇਬਸ ਕਵਰ ਹੋ ਰਿਹਾ ਹੈ। GS, ਕੰਪਿਊਟਰ, ਲੈਂਗੁਏਜ, ਇੰਗਲਿਸ਼, ਪੰਜਾਬੀ, ਪੰਜਾਬ GK, ਇਹ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਕਵਰ ਹੋ ਰਹੀਆਂ ਨੇ with 5 mock test exactly based on the latest syllabus। ਤੇ ਜਿਹੜੇ ਨੋਟਸ ਨੇ, ਨੋਟਸ ਤੁਹਾਨੂੰ ਕੰਪਲੀਟ ਸਿਲੇਬਸ ਉੱਤੇ ਮਿਲ ਰਹੇ ਨੇ, ਇਨਕਲੂਡਿੰਗ ਇੰਪੋਰਟੈਂਟ ਕਨਸੈਪਟਸ ਰਿਲੇਟਡ ਟੂ ਕੁਆਂਟ, ਮੈਂਟਲ ਐਬਿਲਿਟੀ, ਰੀਜ਼ਨਿੰਗ। ਸੋ ਨੋਟਸ ਕੰਪਲੀਟ ਸਿਲੇਬਸ ਉੱਤੇ ਨੇ, ਕੁਝ ਕੰਪਲੀਮੈਂਟਰੀ ਤੁਹਾਨੂੰ MCQs ਵੀ ਮਿਲਣਗੇ ਪ੍ਰੈਕਟਿਸ ਦੇ ਲਈ। ਦੈਨ ਕਰੰਟ ਅਫੇਅਰ ਜੋ ਸਭ ਤੋਂ ਇੰਪੋਰਟੈਂਟ ਹੈ, ਕਰੰਟ ਅਫੇਅਰ ਤੁਹਾਨੂੰ ਮਿਲ ਰਹੇ ਨੇ ਜੁਲਾਈ 2021 ਤੋਂ ਲੈ ਕੇ ਜਦੋਂ ਤੱਕ ਪੇਪਰ ਹੋਊਗਾ। ਸੋ ਕਰੰਟਲੀ ਜੂਨ ਤੱਕ ਦੇ ਅਵੇਲੇਬਲ ਨੇ, ਡੀਟੇਲਡ ਪਲੱਸ MCQ ਦੋਨੋਂ ਤਰ੍ਹਾਂ ਦੇ ਕਰੰਟ ਅਫੇਅਰ ਮਿਲ ਰਹੇ ਨੇ ਇਸ ਕੋਰਸ ਦੇ ਅੰਦਰ। ਵੀਡੀਓ ਲੈਕਚਰਸ ਨੇ ਪੋਲਿਟੀ, ਇਕਨੋਮਿਕਸ, এনवायरमेंट, ਜੀਓਗ੍ਰਾਫੀ ਬੇਸਿਕਸ, ਕਰੰਟ ਅਫੇਅਰ ਉੱਤੇ 5 MCQ ਦੀ ਵੀਡੀਓ ਸੈਸ਼ਨ ਨੇ, ਬਾਕੀ 4-5 ਮੇਗਾ ਡੀਟੇਲਡ ਕਰੰਟ ਅਫੇਅਰਸ ਨੇ। ਉਸ ਤੋਂ ਬਾਅਦ ਪੰਜਾਬ GK, ਮਾਡਰਨ ਇੰਡੀਆ ਹਿਸਟਰੀ, ਯੂਨੀਅਨ ਪੰਜਾਬ ਬਜਟ, ਸਰਵੇ ਵੀ ਹੈ ਇੰਡੀਆ ਦਾ, ਇੰਗਲਿਸ਼ ਉੱਤੇ ਲੈਕਚਰਸ ਨੇ, ਪੰਜਾਬੀ, ਕੰਪਿਊਟਰ, ਬੇਸਿਕ ਥਿਊਰੀ ਔਨ ਸਾਇੰਸ, ਮੇਗਾ ਸੈਸ਼ਨ ਕੰਪਾਈਲ ਕੀਤੇ ਹੋਏ ਨੇ, ਕੈਮਿਸਟਰੀ ਦੇ ਅਲੱਗ, ਫਿਜ਼ਿਕਸ ਦੇ 2 ਪਾਰਟਸ ਦੇ ਵਿੱਚ, ਬਾਇਓ ਦਾ ਇੱਕ ਕੰਪਲੀਟ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਵੀਡੀਓ ਲੈਕਚਰਸ ਅਵੇਲ ਕਰ ਸਕਦੇ ਹੋ। ਜੇ ਤੁਸੀਂ ਕੱਲੇ ਨੋਟਸ ਬਾਏ ਕਰਨੇ ਨੇ, ਕੱਲੇ ਨੋਟਸ ਖਰੀਦ ਸਕਦੇ ਹੋ, that's up to you। So complete course price for both excise and clerk is ₹3500। ਤੇ ਇੱਕ ਸਪੈਸ਼ਲ ਆਫਰ ਹੈ, ਜੇ ਕੋਈ ਵੀ ਸਟੂਡੈਂਟਸ ਕੰਪਲੀਟ ਕੋਰਸ ਲੈ ਰਿਹਾ, ਨੋਟਸ plus video lectures in ₹3500, ਤਾਂ ਆਉਣ ਵਾਲੇ ਮੇਰੇ ਜਿੰਨੇ ਵੀ ਪੇਡ ਕੋਰਸਿਸ ਹੋਣਗੇ, ਚਾਹੇ ਕੋਈ ਨੋਟਸ ਨੇ, ਮੌਕ ਟੈਸਟ ਨੇ, ਕਿਸੇ ਵੀ ਐਗਜ਼ਾਮ ਦੇ ਲਈ, ਜਾਂ ਫਿਰ ਕਰੰਟ ਅਫੇਅਰ, ਸੋ ਤੁਹਾਨੂੰ ਫੁੱਲ ਟਾਈਮ 100% ਡਿਸਕਾਊਂਟ ਉੱਤੇ ਫਿਊਚਰ ਸਾਰੇ ਪੇਡ ਕੰਟੈਂਟ ਮਿਲਣਗੇ, ਚਾਹੇ ਕੋਈ ਕੋਰਸ ਹੈ, ਨੋਟਸ ਹੈ, ਮੌਕ ਟੈਸਟ ਹੈ। ਪਰ ਜੇ ਤੁਸੀਂ ਕੰਪਲੀਟ 3500 ਦੇ ਵਿੱਚ ਇਹ ਕੋਰਸ ਖਰੀਦਿਓ, ਬਾਕੀ ਇਟਸ ਅਪ ਟੂ ਯੂ। ਤੁਸੀਂ ਕੱਲੇ ਵੀਡੀਓ ਲੈਕਚਰਸ ਵੀ ਲੈ ਸਕਦੇ ਹੋ, ਕੱਲੇ ਨੋਟਸ ਵੀ ਲੈ ਸਕਦੇ ਹੋ, ਕੱਲੇ ਜੇ ਤੁਸੀਂ ਕਰੰਟ ਅਫੇਅਰ ਲੈਣੇ ਨੇ ਉਹ ਲੈ ਸਕਦੇ ਹੋ। ਪ੍ਰਾਈਸ ਆਫ ਓਨਲੀ ਕਰੰਟ ਅਫੇਅਰ ਇਜ਼ ₹300। ਕੱਲੇ ਵੀਡੀਓ ਲੈਕਚਰਸ ਲੈਣੇ ਨੇ, ਪ੍ਰਾਈਸ ਇਜ਼ ₹2000, ਐਂਡ ਜੇ ਕੱਲੇ ਨੋਟਸ ਲੈਣੇ ਨੇ, ਪ੍ਰਾਈਸ ਇਜ਼ ₹1500। ਸੋ ਜਿਹੜੇ ਤੁਹਾਨੂੰ ਲੈਕਚਰਸ ਮਿਲ ਰਹੇ ਨੇ, ਕਿਉਂਕਿ ਕਲਰਕ ਤੇ ਐਕਸਾਈਜ਼ ਦਾ ਮੈਂ ਜਿਹੜਾ ਕੋਰਸ ਚਲਾਇਆ ਸੀ ਉਹ ਮੈਂ ਮਈ ਦੇ ਵਿੱਚ ਹੀ ਸਟਾਰਟ ਕਰਤਾ ਸੀ ਤੇ ਉਹ ਕੰਪਲੀਟ ਹੋ ਚੁੱਕਿਆ ਹੈ। ਹੁਣ ਜਿਹੜੇ ਤੁਹਾਨੂੰ ਲੈਕਚਰਸ ਮਿਲ ਰਹੇ ਨੇ ਪਲੱਸ ਨੋਟਸ, MCQ, ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਤੇ ਡਰਾਈਵ ਫੋਲਡਰ ਦੀ ਫਾਰਮ ਵਿੱਚ ਮਿਲੂਗਾ। ਯੂ ਕੈਨ ਹੈਵ ਦੀ ਐਕਸੈਸ forever, you can watch them anytime as per your requirement। ਜਿਵੇਂ ਕੋਈ ਸਟੂਡੈਂਟ ਜੌਬ ਕਰਦੇ ਨੇ ਤਾਂ ਜਦੋਂ ਮਰਜ਼ੀ ਦੇਖ ਸਕਦੇ ਨੇ, ਰਾਤ ਨੂੰ ਜਾਂ ਸਵੇਰੇ ਜਲਦੀ ਉੱਠ ਕੇ, ਸੋ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਊਗਾ। ਆਲਸੋ ਜਿਹੜੇ ਲੈਕਚਰਸ ਨੇ, ਕਿਉਂਕਿ GS ਦਾ ਕੀ ਹੁੰਦਾ, ਸਿਲੇਬਸ ਸਾਰੇ ਪੇਪਰਾਂ ਲਈ ਸੇਮ ਹੁੰਦਾ। ਜੇ ਕੋਈ ਸਟੂਡੈਂਟ ਐਕਸਾਈਜ਼ ਦੇ ਨਾਲ ਸੀਨੀਅਰ ਅਸਿਸਟੈਂਟ PPSC ਜਾਂ ਕੋਆਪਰੇਟਿਵ ਦੀ ਵੀ ਤਿਆਰੀ ਕਰਦਾ, ਤਾਂ ਤੁਸੀਂ ਉਦੋਂ ਤੱਕ ਵੀ ਸਾਰੇ ਲੈਕਚਰਸ ਦੇਖ ਸਕਦੇ ਹੋ। ਤੁਹਾਨੂੰ ਐਕਸੈਸ ਹਮੇਸ਼ਾ ਲਈ ਮਿਲ ਰਿਹਾ ਹੈ ਇਹ ਨੋਟਸ ਦਾ ਪਲੱਸ ਲੈਕਚਰਸ ਦਾ। ਸੋ ਇਹ ਸਾਰੇ ਨੋਟਸ ਇਸ ਟਾਈਪ ਦੇ ਨਾਲ ਤੁਹਾਨੂੰ ਪ੍ਰੋਪਰ ਇੱਕ ਡਰਾਈਵ ਫੋਲਡਰ ਦੇ ਵਿੱਚ ਮਿਲ ਜਾਣਗੇ ਵਿਦ ਵੀਡੀਓਜ਼, ਵਿਦ MCQs। ਸੋ ਤੁਸੀਂ ਦੇਖ ਸਕਦੇ ਹੋ ਕਿ ਸਟੈਟਿਕ GK ਦੇ ਨੋਟਸ ਨੇ, ਰੀਜ਼ਨਿੰਗ, ਪੰਜਾਬੀ ਲੈਂਗੁਏਜ, ਪੰਜਾਬ GK, ਮਾਡਰਨ ਇੰਡੀਆ, ਨੂਮੈਰੀਕਲ ਐਬਿਲਿਟੀ ਦੇ ਬੇਸਿਕ ਕਨਸੈਪਟਸ ਨੇ, ਪੋਲਿਟੀ, ਪੰਜਾਬ ਬਜਟ, ਐਵਰੀਥਿੰਗ ਇਜ਼ ਦੇਅਰ। ਸੋ ਇਹ ਤੁਸੀਂ ਦੇਖ ਸਕਦੇ ਹੋ 5 ਲੈਕਚਰ ਜਿਹੜੇ ਟੌਪਿਕਸ ਨੇ ਕੰਪਿਊਟਰ ਦੇ ਸਿਲੇਬਸ ਦੇ ਵਿੱਚ, ਉਹ ਸਾਰੇ ਟੌਪਿਕਸ ਉੱਤੇ 1 by 1 ਇਹ ਸਾਰੇ ਮੈਂ ਡੀਟੇਲ ਦੇ ਵਿੱਚ ਲੈਕਚਰਸ ਪ੍ਰੋਵਾਈਡ ਕਰਵਾਏ ਹੋਏ ਨੇ। ਟੋਟਲ 6 ਲੈਕਚਰਸ ਇੰਗਲਿਸ਼ ਦੇ ਨੇ, ਪੂਰੇ ਡੀਟੇਲਡ ਨੇ, ਸਾਰੇ ਟੌਪਿਕ ਵਾਈਜ਼ ਲੈਕਚਰ ਨੇ। ਪੰਜਾਬੀ ਦੇ ਵੀ ਇਸੇ ਤਰ੍ਹਾਂ ਤੁਹਾਨੂੰ ਲੈਕਚਰ ਮਿਲਣਗੇ, ਪੰਜਾਬ GK ਦੇ ਵੀ। ਸੋ ਇਹ ਸੀ ਆਪਣਾ ਅੱਜ ਦਾ ਇੰਪੋਰਟੈਂਟ ਸੈਸ਼ਨ। ਜੇ ਤੁਹਾਨੂੰ ਕੋਈ ਵੀ ਕੁਐਰੀ ਹੈ ਜਾਂ ਤੁਸੀਂ ਕੋਰਸ ਬਾਏ ਕਰਨਾ ਹੈ, ਯੂ ਕੈਨ ਸੈਂਡ ਮੀ ਈਮੇਲ ਔਨ legalvictor
02896@gmail.com. Thank you and good luck.